ਉਹੀ ਗੱਲ ਕਰਤੀ ਵੀ ਚਿੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ ਤੇ ਮਦਾਰੀ ਤੇ ਜਮੂਰਾ ਦੋਨੇ ਰਲ ਕੇ ਵੇਖਦੇ ਆ ਤਮਾਸ਼ਾ। ਇਹੀ ਗੱਲ ਕਰਤੀ ਤੁਸੀਂ ਮਿੱਤਰੋ। ਔਰ ਅਗਲੀ ਗੱਲ ਜਿਹੜੀ ਇਹ ਆ, ਇਹ ਗੱਲ ਸਿੱਧ ਜ਼ਰੂਰ ਹੋਗੀ ਵੀ ਭੇਡਾਂ ਮੁੰਨੀਆਂ ਜਾ ਸਕਦੀਆਂ, ਸਮਝਾਈਆਂ ਨਹੀਂ। ਸੋ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਸੀ ਵੀ ਤੁਸੀਂ ਨਾ ਟਲੇ ਤੇ ਚਲੋ ਰੱਬ ਰੱਖਾ। ਇਹ ਗੱਲ ਪੁੱਛਣ ਦੀ ਲੋੜ ਨਹੀਂ, ਤੁਹਾਨੂੰ ਪਤਾ ਮੇਰਾ ਜਿਹੜਾ ਬੰਦਾ ਆਪਣੇ ਡੇਰਿਆਂ ਤੇ ਨਹੀਂ ਗਿਆ ਆਪਣੇ ਪੁੱਤਰ ਦੇ ਵਿਆਹ ਤੇ ਕਿਸਾਨ ਤਾਂ ਮੇਰੇ ਲਈ ਬਹੁਤ ਵੱਡੀ ਚੀਜ਼ ਹੈ। ਤਾਂ ਰੱਬ ਨੇ ਮੇਰੇ ਅੰਦਾਤੇ ਨੇ, ਮੈਂ ਇਹਨਾਂ ਦੇ ਚਰਨਾਂ 'ਚ ਬਹਿਣਾ। ਔਰ ਜੋ ਕੁਝ ਹੋਇਆ ਮੈਨੂੰ ਤਾਂ ਬੜਾ ਅਫਸੋਸ ਹੈ, ਲੇਕਿਨ ਮੈਂ ਇਸ ਗੱਲ ਦੀ ਮਾਫੀ ਮੰਗਦਾ ਔਰ ਮੈਨੂੰ ਸ਼ਰਮਿੰਦਗੀ ਵੀ ਹੈ। ਪਰ ਜਦ ਤੱਕ ਪਿਓ ਖੜਾ, ਜਦ ਤੱਕ ਪੁੱਤ ਖੜਾ ਧਰਤੀ ਮਾਂ ਦਾ, ਉੱਥੇ ਕੋਈ ਮੈਂ ਨਹੀਂ ਰੱਖਦਾ ਕੋਈ ਵੀ ਰਿਸ਼ਤਾ। ਅੱਛਾ, ਪੰਜਾਬ ਦਾ ਪੁੱਤਰ ਤਾਂ ਧਰਮਿੰਦਰ ਹੁਣੀ ਵੀ ਆਪਣੇ ਆਪ ਨੂੰ ਕਹਿੰਦੇ ਸੀ, ਤਾਂ ਇੱਕ ਲਫ਼ਜ਼ ਨਹੀਂ ਅਜੇ ਤੱਕ ਉਹਨਾਂ ਨੇ ਕਿਸਾਨਾਂ ਬਾਰੇ ਬੋਲਿਆ। ਇੱਕ ਵਾਰ ਬੋਲੇ ਸੀ ਤਾਂ ਕਹਿੰਦੇ ਸੰਨੀ ਦਿਓਲ ਹੋਣਾ ਨੇ ਟਵੀਟ ਡਿਲੀਟ ਕਰਾਤਾ ਕਿ ਮੇਰੀ ਤਾਂ ਜਾਨ ਤੁਸੀਂ ਕੜਿੱਕੀ 'ਚ ਫਸਾ ਰਹੇ ਹੋ ਟਵੀਟ ਕਰਕੇ। ਧਰਮ ਭਾਜੀ ਨੂੰ ਚਾਹੀਦਾ ਸੀ ਕਿ ਭਾਈ ਮੇਰਾ ਮੁੰਡਾ ਮੇਰੇ ਵੱਸ 'ਚ ਨਹੀਂ ਜਾਂ ਉਹ ਕਰ ਨਹੀਂ ਸਕਦਾ, ਮੈਂ ਆਇਆ ਇੱਥੇ ਬੈਠਾ ਤੁਹਾਡੇ ਕੋਲ ਵਿੱਚ, ਬੇਸ਼ੱਕ ਮੇਰਾ ਸਿਰ ਵੜ ਦਿਓ ਜੇ ਇਹ ਜੇ ਗੱਲ ਕਰ ਲੈਂਦੇ ਤਾਂ ਬਹੁਤ ਚੰਗੀ ਗੱਲ ਸੀ। ਪਰ ਜੇ ਪੁੱਤਰ ਮੋਹ ਦੇ ਵਿੱਚ ਆ ਕੇ ਆਪਦੇ ਕਿਸਾਨ ਤੇ ਆਪਣੇ ਪੰਜਾਬ ਦੀ ਧਰਤੀ ਛੱਡਣੀ ਹੈ ਤਾਂ ਮੈਂ ਉਸ ਬੰਦੇ ਨੂੰ ਬੰਦਾ ਨਹੀਂ ਗਿਣਦਾ। ਤੁਸੀਂ ਬਣ ਕੇ ਡਾਂਗਾ ਆ ਗਏ ਜੇ, ਅਸੀਂ ਪੱਥਰ ਬਣ ਕੇ ਉੱਠਾਂਗੇ। ਤੁਸੀਂ ਪੈਰਾਂ ਥੱਲੇ ਮਿੱਧੂਗੇ, ਅਸੀਂ ਝੱਖੜ ਬਣ ਕੇ ਉੱਠਾਂਗੇ। ਕਰਨਾ ਤੇ ਸਹਿਣਾ ਜ਼ੁਲਮਾਂ ਨੂੰ ਉਹ ਹੈ ਨਹੀਂ ਸਾਡਿਆਂ ਲੇਖਾਂ ਵਿੱਚ। ਅਸੀਂ ਇਨਕਲਾਬ ਦੇ ਨਾਰੇ ਦੇ ਹੁਣ ਅੱਖਰ ਬਣ ਕੇ ਉੱਠਾਂਗੇ। ਬੰਦ ਬਣ ਜਾਣਾ ਢਾਲ ਸਾਡੀ, ਬੇਅਸਰ ਹੋ ਜਾਣੀ ਗੋਲੀ ਏ। ਜੋ ਬਣ ਜਾਂਦੇ ਨੇ ਲੋਹੇ ਦੇ ਉਹ ਖੱਪਰ ਬਣ ਕੇ ਉੱਠਾਂਗੇ। ਅਸੀਂ ਹੱਕ ਲਏ ਬਿਨਾ ਮੁੰਨਾ ਨਹੀਂ, ਭਾਵੇਂ ਧੜ ਤੋਂ ਲੱਥ ਜੇ ਸੀ ਸਾਡਾ। ਬੇਖੌਫ ਮਸਤ ਪਰਵਾਨੇ ਹਾਂ, ਹੁਣ ਫੱਕਰ ਬਣ ਕੇ ਉੱਠਾਂਗੇ। ਲੱਖ ਵਰਤ ਚਣਕਿਆ ਨੀਤੀ ਤੂੰ, ਲੱਖ ਚੱਲਬਾਜ਼ੀ ਸ਼ਤਰੰਜਾਂ ਦੀ, ਜਿਸ ਵਿੱਚੋਂ ਨਿਕਲਿਆ ਜਾਣਾ ਨਹੀਂ, ਹੁਣ ਚੱਕਰ ਬਣ ਕੇ ਉੱਠਾਂਗੇ। ਉਹ ਨਿਸ਼ਾਨ ਰਹੂਗਾ ਉਮਰ ਸਾਰੀ ਸਰਕਾਰੇ ਤੇਰੀਆਂ ਗੱਲਾਂ ਤੇ, ਜੋ ਗਲਤੀ ਕਰਕੇ ਖਾਵੇਂਗੀ ਹੁਣ ਥੱਪੜ ਬਣ ਕੇ ਉੱਠਾਂਗੇ। ਦੁਹਰਾਉਣਾ ਕੁਝ ਤੂੰ ਚਾਹੁੰਦੀ ਐ ਪਰ ਪੈਂਤਰੇ ਤੇਰੇ ਨਹੀਂ ਚੱਲਣੇ, ਬਸ ਕਰ ਤਿਆਰੀ ਸਰਕਾਰੇ ਤੂੰ, ਤੇਰੇ ਸੱਥਰ ਬਣ ਕੇ ਉੱਠਾਂਗੇ। ਤੁਸੀਂ ਬਣ ਕੇ ਡਾਂਗਾ ਆ ਗਏ ਜੇ, ਅਸੀਂ ਪੱਥਰ ਬਣ ਕੇ ਉੱਠਾਂਗੇ। ਤੁਸੀਂ ਪੈਰਾਂ ਥੱਲੇ ਮਿੱਧੂਗੇ, ਅਸੀਂ ਬਣ ਕੇ ਝੱਖੜ ਉੱਠਾਂਗੇ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ। ਪੰਜਾਬੀ ਸਿੰਗਰ ਤੇ ਪੰਜਾਬ ਦੀਆਂ ਦੋ ਤਿੰਨ ਵੱਡੀਆਂ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਦੋਸਤੋ, ਕਿਸਾਨ ਅੰਦੋਲਨ ਹੁਣ ਕਿਸਾਨਾਂ ਦਾ ਸਬਰ ਪਰਖ ਰਿਹਾ ਹੈ। 26 ਤਰੀਕ ਤੋਂ ਬਾਅਦ ਕਾਫੀ ਉਤਰਾਵ ਚੜਾਵ ਵੀ ਆਏ। ਕਿਸਾਨ ਆਗੂ ਤੇ ਨੌਜਵਾਨ ਆਗੂ ਜਿਵੇਂ ਕਿ ਦੀਪ ਸਿੱਧੂ ਤੇ ਲੱਖਾ ਸਦਾਣਾ, ਇਹਨਾਂ ਵਿੱਚ ਵੀ ਆਪਸੀ ਮਤਭੇਦ ਵਧੇ ਤੇ ਦੋਸਤੋ ਦੀਪ ਸਿੱਧੂ ਦੇ ਵਕੀਲਾਂ ਨੂੰ ਦੀਪ ਸਿੱਧੂ ਨਾਲ ਮਿਲ ਨਹੀਂ ਦਿੱਤਾ ਗਿਆ। ਇਸ ਬਾਰੇ ਵੀ ਚਰਚਾ ਕਰਾਂਗੇ, ਪਰ ਉਸ ਤੋਂ ਪਹਿਲਾਂ ਦੋਸਤੋ ਤੁਹਾਨੂੰ ਸਿੱਧੂ ਮੂਸੇਵਾਲੇ ਨੇ ਜੋ ਪੋਸਟ ਲਾਈਕ ਕੀਤੀ ਹੈ, ਪਾਨਾ ਸਿੱਧੂ ਤੇ ਗਿੱਲ ਰੌਂਤੇ ਨੇ ਇੱਕ ਪੋਸਟ ਪਾਈ ਹੈ ਜਿਸ ਵਿੱਚ ਲੱਖੇ ਸਦਾਣੇ ਦਾ ਜ਼ਿਕਰ ਕੀਤਾ ਹੈ। ਇਸ ਪੋਸਟ ਵਿੱਚ ਲਿਖਿਆ ਹੈ, ਮੈਂ ਮੋਰਚੇ ਤੇ ਲੱਖੇ ਸਦਾਣੇ ਨਾਲ ਵਿਚਰਿਆ, ਕਈ ਦਿਨ ਇਕੱਠੇ ਵੀ ਲੋਕਾਂ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕੀਤੀ ਤੇ ਵੱਖ-ਵੱਖ ਮੋਰਚਿਆਂ ਤੇ ਵਿਚਰਦੇ ਰਹੇ। ਲੱਖੇ ਨਾਲ ਮੋਰਚੇ ਬਾਰੇ ਜਦੋਂ ਵੀ ਗੱਲਬਾਤ ਹੋਈ, ਸਦਾ ਹੀ ਲੱਖੇ ਨੇ ਏਕਤਾ ਬਣਾ ਕੇ ਰੱਖਣ ਦੀ, ਜਿੱਤਣ ਦੀ ਗੱਲ ਕੀਤੀ। ਉਹਨੇ ਕਦੇ ਵੀ ਸਤਿਕਾਰਯੋਗ ਜਥੇਬੰਦੀਆਂ ਬਾਰੇ ਗਲਤ ਨਹੀਂ ਬੋਲਿਆ, ਸਗੋਂ ਲੋਕਾਂ ਨੂੰ ਵੀ ਆਗੂਆਂ ਤੇ ਭਰੋਸਾ ਬਣਾ ਕੇ ਰੱਖਣ ਲਈ ਕਿਹਾ। ਭਾਵੇਂ ਸਟੇਜ ਤੇ ਬੋਲਣ ਬਾਰੇ ਮਤਭੇਦ ਵੀ ਹੋਏ, ਪਰ ਲੱਖੇ ਨੇ ਕਦੇ ਮੀਡੀਆ ਜਾਂ ਸੋਸ਼ਲ ਮੀਡੀਆ ਤੇ ਕਦੇ ਵੀ ਕਿਸੇ ਵਖਰੇਵੇਂ ਦੀ ਗੱਲ ਨਹੀਂ ਕੀਤੀ। 25 ਤਰੀਕ ਨੂੰ ਜਦੋਂ ਸਟੇਜ ਤੇ ਹਲਚਲ ਹੋਈ ਤਾਂ ਲੱਖੇ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਦੋਂ ਵੀ ਲੱਖੇ ਨੇ ਲਾਲ ਕਿਲੇ ਜਾਣ ਲਈ ਨਹੀਂ ਕਿਹਾ, ਉਸਨੇ ਸਦਾ ਏਕਤਾ ਵਿੱਚ ਰਹਿਣ ਦੀ ਗੱਲ ਕਹੀ। ਲੋਕਾਂ ਨੂੰ ਦਿੱਲੀ ਮੀਂਹ ਪੈਂਦੇ ਵਿੱਚ ਟਰਾਲੀਆਂ ਵਿੱਚ ਜਾ ਕੇ ਮਿਲਦਾ ਰਿਹਾ ਤੇ ਲੱਖੇ ਕੋਲ ਕੋਈ 200-400 ਕਿੱਲਾ ਪੈਲੀ ਨਹੀਂ ਵੀ ਉਹਦੀ ਇਕੱਲੇ ਦੀ ਜ਼ਮੀਨ ਜਾਂਦੀ ਆ। ਮਸਲਾ ਸਾਰਿਆਂ ਦੀ ਰੋਟੀ ਦਾ ਆ, ਹੁਣ ਸਾਰਿਆਂ ਨੂੰ ਏਕੇ 'ਚ ਰਹਿਣ ਦੀ ਲੋੜ ਆ। ਬਹੁਤ ਹੋ ਗਈ ਦੂਸ਼ਣਬਾਜ਼ੀ, ਬਹੁਤ ਭੰਡ ਲਿਆ ਲੱਖੇ ਦੇ ਪਿਛਲੇ ਟਾਈਮ ਦੇ ਕੰਮਾਂ ਨੂੰ, ਜਿਹੜਾ ਉਹ ਆਪ ਵੀ ਕਹਿੰਦਾ ਗਲਤ ਸੀ। ਹੁਣ ਮੋਰਚੇ ਤੇ ਧਿਆਨ ਦੇਣ ਦਾ ਟਾਈਮ ਆ। ਇੱਕ ਗੱਲ ਯਾਦ ਰੱਖਿਓ, ਜਿਹੜੇ ਲੱਖੇ ਨੂੰ ਗਦਾਰ ਕਹਿੰਦੇ ਆ, ਜੇ ਲੱਖੇ ਵਰਗੇ ਬੰਦੇ ਦਾ ਦਿਲ ਟੁੱਟਿਆ ਤਾਂ ਪਤਾ ਨਹੀਂ ਪੰਜਾਬ ਦੇ ਕਿੰਨੇ ਨੌਜਵਾਨਾਂ ਦਾ ਦਿਲ ਟੁੱਟ ਜਾਣਾ। ਤੇ ਜੇ ਹੁਣ ਆਪਾਂ ਲੱਖੇ ਨਾਲ ਨਾ ਖੜੇ ਤਾਂ ਕਿਸੇ ਨੇ ਘਰ ਛੱਡ ਕੇ ਹੱਕਾਂ ਲਈ ਲੜਨ ਨਹੀਂ ਤੁਰਨ ਆਉਣਾ। ਹੁਣ ਸਾਰੇ ਏਕੇ ਦਾ ਸਬੂਤ ਦੇਈਏ। ਦੋਸਤੋ, ਇਸ ਪੋਸਟ ਵਿੱਚ ਲੱਖੇ ਸਦਾਣੇ ਦੀ ਸਪੋਰਟ ਸੀ ਤੇ ਦੂਜੇ ਪਾਸੇ ਦੀਪ ਸਿੱਧੂ, ਉਸ ਨੂੰ ਵੀ ਪੰਜਾਬੀ ਸਿੰਗਰ ਫੁੱਲ ਸਪੋਰਟ ਕਰ ਰਹੇ ਹਨ। 7 ਦਿਨਾਂ ਦੀ ਰਿਮਾਂਡ ਤੋਂ ਬਾਅਦ ਦੀਪ ਸਿੱਧੂ ਦੀ ਅਗਲੀ ਪੇਸ਼ੀ ਹੋਵੇਗੀ, ਪਰ ਪਤਾ ਨਹੀਂ ਕਿਉਂ ਵਕੀਲ ਨੂੰ ਦੀਪ ਸਿੱਧੂ ਨਾਲ ਮਿਲਣ ਨਹੀਂ ਦਿੱਤਾ ਗਿਆ। ਕਈ ਬਾਲੀਵੁੱਡ ਵਾਲੇ ਸਟਾਰ ਤੱਕ ਦੀਪ ਸਿੱਧੂ ਦੀ ਰਿਹਾਈ ਦੀ ਮੰਗ ਕਰ ਰਹੇ ਹਨ ਤੇ ਦੋਸਤੋ ਸੰਜੇ ਦੱਤ ਨੇ ਹਾਲ ਹੀ ਆਪਣੇ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਹੇਠ ਕਿਸਾਨ ਏਕਤਾ ਦੇ ਕਮੈਂਟ ਕਾਫੀ ਸਨ। ਸੰਜੇ ਦੱਤ ਨੇ ਹਲੇ ਤੱਕ ਸਰਕਾਰੀ ਬੋਲੀ ਤਾਂ ਨਹੀਂ ਬੋਲੀ, ਪਰ ਕਿਸਾਨਾਂ ਦੇ ਹੱਕ ਦੀ ਵੀ ਗੱਲ ਨਹੀਂ ਕੀਤੀ। ਸੋ ਕਹਿਣ ਦਾ ਮਤਲਬ ਇਹ ਨਾ ਕਿਸਾਨਾਂ ਦਾ ਵਿਰੋਧ ਕਰ ਸਕਦਾ ਹੈ ਤੇ ਨਾ ਹੀ ਸਰਕਾਰ ਨਾਲ ਮੱਥਾ ਲਾ ਸਕਦਾ ਹੈ, ਪਰ ਫਿਲਹਾਲ ਕਿਸਾਨਾਂ ਨੂੰ ਅਜਿਹੇ ਸਟਾਰਾਂ ਦੀ ਲੋੜ ਹੈ ਜੋ ਉਹਨਾਂ ਦੇ ਹੱਕ ਦੀ ਗੱਲ ਕਰ ਸਕਣ। ਤੇ ਦੇਖੋ ਆਉਣ ਵਾਲੇ ਸਮੇਂ ਵਿੱਚ ਸੰਜੇ ਦੱਤ ਕਿਸਾਨਾਂ ਦੀ ਸਪੋਰਟ ਕਰਦਾ ਹੈ ਕਿ ਨਹੀਂ। ਤੇ ਦੋਸਤੋ, ਸੋਨਾਕਸ਼ੀ ਸਿਨਹਾ ਕਿਸਾਨਾਂ ਬਾਬਤ ਪੋਸਟਾਂ ਲਗਾਤਾਰ ਪਾ ਰਹੀ ਹੈ ਤੇ ਉਸਨੇ ਇੱਕ ਪੋਇਮ ਵੀ ਕਿਸਾਨਾਂ ਦੀ ਸਪੋਰਟ ਵਿੱਚ ਗਾਈ ਹੈ। ਤੇ ਦੂਜੇ ਪਾਸੇ ਇਹ ਕੰਗਣਾ ਤੇ ਪਾਇਲ ਹਲੇ ਤੱਕ ਕਿਸਾਨਾਂ ਨੂੰ ਮਾੜਾ ਬੋਲ ਰਹੀਆਂ ਨੇ। ਤੇ ਪਾਇਲ ਜਿਹੜੇ ਲੋਕ ਵੀ ਕਿਸਾਨਾਂ ਦੀ ਸਪੋਰਟ ਕਰਦੇ ਹਨ, ਰਿਹਾਨਾ, ਮੀਨਾ ਹੈਰਿਸ, ਇਰਫਾਨ ਪਠਾਨ, ਇਹਨਾਂ ਸਾਰਿਆਂ ਨੂੰ ਬੁਰਾ ਭਲਾ ਬੋਲ ਰਹੀ ਹੈ। ਪਤਾ ਗੱਲ ਕੀ ਹੈ, ਕੰਗਣਾ ਤੇ ਪਾਇਲ ਦੀ ਨਿਗਾਹ ਵਿੱਚ ਸਿਰਫ ਨਰਿੰਦਰ ਮੋਦੀ ਜੀ ਹੀ ਸਹੀ ਹਨ ਤੇ ਬਾਕੀ ਲੋਕਾਂ ਨੂੰ ਨਾ ਪਾਲਿਸੀ ਸਮਝ ਆਉਂਦੀ ਹੈ, ਨਾ ਬਜਟ ਸਮਝ ਆਉਂਦਾ ਹੈ ਤੇ ਨਾ ਹੀ ਇਹਨਾਂ ਕਾਲੇ ਕਾਨੂੰਨਾਂ ਦੇ ਫਾਇਦੇ
ਫਾਇਦੇ ਸਮਝਾਉਂਦੇ ਹਨ। ਬਾਕੀ ਲੋਕਾਂ ਨੂੰ ਤਾਂ ਕੰਗਣਾ ਤੇ ਪਾਇਲ ਬਾਰੇ ਪਤਾ ਹੀ ਹੈ, ਪਰ ਇਹ ਪਤਾ ਨਹੀਂ ਕਿਹੜੇ ਭਰਮ ਵਿੱਚ ਤੁਰੀਆਂ ਫਿਰਦੀਆਂ। ਬਾਕੀ ਆਉਣ ਵਾਲੇ ਸਮੇਂ ਵਿੱਚ ਸਭ ਕਲੀਅਰ ਹੋ ਜਾਣਾ ਹੈ। ਤੇ ਦੋਸਤੋ ਇੱਕ ਹੋਰ ਗੱਲ ਦੱਸਦੀ ਹੈ ਕਿ ਕੰਗਣਾ ਟਵਿੱਟਰ ਤੇ ਹੀ ਜਾ ਕੇ ਕਹਿ ਰਹੀ ਹੈ ਕਿ ਟਵਿੱਟਰ ਨੂੰ ਬੈਨ ਕਰੋ। ਤੇ ਦੋਸਤੋ ਇਸ ਦਾ ਕਾਰਨ ਦੱਸਦੀ ਹੈ ਕਿ ਭਾਰਤ ਸਰਕਾਰ ਨੇ ਟਵਿੱਟਰ ਨੂੰ ਕਿਹਾ ਸੀ ਕਿ ਕਿਸਾਨੀ ਅੰਦੋਲਨ ਨਾਲ ਸੰਬੰਧਿਤ ਸਾਰੇ ਅਕਾਊਂਟ ਡਿਲੀਟ ਕੀਤੇ ਜਾਣ, ਪਰ ਟਵਿੱਟਰ ਨੇ ਨਾ ਕਰ ਦਿੱਤੀ ਤੇ ਜਿਸ ਕਰਕੇ ਹੁਣ ਕਾਫੀ ਤਣਾਅ ਵਾਲਾ ਮਾਹੌਲ ਵੀ ਟਵਿੱਟਰ ਤੇ ਭਾਰਤ ਸਰਕਾਰ ਵਿੱਚ ਬਣਿਆ ਹੋਇਆ ਹੈ। ਪਹਿਲੀ ਗੱਲ ਤਾਂ ਗੱਲ ਨਹੀਂ ਕਰਨੀ ਚਾਹੀਦੀ ਜਿੱਦਾਂ 26 ਜਨਵਰੀ ਨੂੰ ਦੀਪ ਸਿੱਧੂ ਉੱਥੇ ਚੱਲ ਗਿਆ ਲਾਲ ਕਿਲੇ ਤੇ ਮੈਨੂੰ ਵੀ ਦੁੱਖ ਲੱਗਿਆ ਹਨਾ, ਮੈਨੂੰ ਗੁੱਸਾ ਸੀਗਾ ਵੀ ਯਾਰ ਕਿਉਂ ਚੱਲ ਗਿਆ ਜਦੋਂ ਸਾਡੇ ਆਗੂਆਂ ਨੇ ਰੋਕਿਆ ਸੀ ਉੱਥੇ। ਤੇ ਕੁਝ ਨੌਜਵਾਨਾਂ ਨੂੰ ਇਹ ਗੁੱਸਾ ਹੈ ਕਿ ਮੱਟ ਸ਼ਿਰਵਾਲ ਨੇ ਮੈਂ ਉਹਨੂੰ ਕਹਤਾ ਸੀ ਕਿ ਦੀਪ ਸਿੱਧੂ ਗਦਾਰ ਹੈ। ਚਲੋ ਮੇਰਾ ਦਿਲ ਟੁੱਟਿਆ ਉਦੋਂ, ਮੈਂ ਗੁੱਸੇ ਚ ਹੋ ਕੇ ਉਹਨੂੰ ਗਦਾਰ ਕਹਤਾ। ਤੇ ਕੁਝ ਲੋਕ ਮੈਨੂੰ ਬਹੁਤ ਸਾਰੀਆਂ ਮਾਵਾਂ ਭੈਣਾਂ ਦੀਆਂ ਗਾਲਾਂ ਉਹਨਾਂ ਨੇ ਕੱਢੀਆਂ। ਉਹਦੀ ਅਗਲੀ ਨੀਤੀ ਕੀ ਸੀ ਦੀਪ ਸਿੱਧੂ ਦੀ ਉਹ ਨਹੀਂ ਮੈਂ ਜਾਣਦਾ ਸੀ, ਪਰ ਮੈਨੂੰ ਉਦੋਂ ਲੱਗਿਆ ਯਾਰ ਵੀ ਸਾਡੇ ਜਿਹੜੇ ਆਗੂ ਨੇ ਉਹ 62 ਦਿਨਾਂ ਤੋਂ ਬੈਠੇ ਨੇ, ਸ਼ਾਂਤਮਈ ਮਾਹੌਲ ਰੱਖਣਾ ਚਾਹੁੰਦੇ ਨੇ, ਵੀ ਇਹਨੇ ਉਲੰਘਣਾ ਕੀਤੀ ਤੇ ਮੈਨੂੰ ਲੱਗਦਾ ਵੀ ਨਹੀਂ ਕਰਨੀ ਚਾਹੀਦੀ। ਤਾਂ ਮੈਥੋਂ ਗੁੱਸੇ 'ਚ ਗਦਾਰ ਕਿਹਾ ਗਿਆ। ਉਸ ਤੋਂ ਬਾਅਦ ਮੈਂ ਇੱਕ ਵੀਡੀਓ ਬਣਾਈ ਸੀ, ਮੈਂ ਕਿਹਾ ਜੇ ਮੇਰੇ ਮਾਫੀ ਮੰਗਣ ਨਾਲ ਸੰਘਰਸ਼ ਸਹੀ ਚੱਲਦਾ ਨਾ ਤਾਂ ਮੈਨੂੰ ਮਾਫ ਕਰ ਦਿਓ, ਪਰ ਵੀ ਦੀਪ ਸਿੱਧੂ ਵੀ ਕਹਿ ਦੇਵੇ ਹਾਂ ਅਸੀਂ ਜਜ਼ਬਾਤੀ ਹੋ ਕੇ ਉਸ ਲਾਲ ਕਿਲੇ ਤੇ ਚੱਲ ਗਏ ਸੀਗੇ, ਵੀ ਜਿੱਥੇ ਜਨਤਾ ਚੱਲ ਗਈ ਮਗਰੀ ਮੈਂ ਚੱਲ ਗਿਆ। ਇਹਨੂੰ ਕੀ ਦੇਖਦੇ ਹੋ ਤੁਸੀਂ? ਦੇਖੋ ਮੱਟ ਸਾਹਿਬ, ਆਪਾਂ ਨਾ ਇੱਕ ਬਹੁਤ ਵੱਡਾ ਸੰਘਰਸ਼ ਲੜ ਰਹੇ ਹਾਂ। ਉਹ ਨਾ ਆਪਣੀ ਹੋਂਦ ਦਾ ਸੰਘਰਸ਼ ਹੈ। ਅਸੀਂ ਮਰਾਂਗੇ ਜਾਂ ਜਿਉਵਾਂਗੇ, ਸਾਡੀ ਆਉਣ ਵਾਲੀ ਪੀੜ੍ਹੀ ਮਰੂਗੀ ਜਾਂ ਜਿਉਵੇਗੀ, ਹਾਂਜੀ, ਜਾਂ ਅਸੀਂ ਕੀੜੇ ਮਕੌੜੇ ਵਾਂਗੂ ਜ਼ਿੰਦਗੀ ਜਿਉਵਾਂਗੇ। ਇਸ ਗੱਲ ਦਾ ਫੈਸਲਾ ਇਸ ਸੰਘਰਸ਼ ਨੇ ਕਰਨਾ ਹੈ। ਬਿਲਕੁਲ ਜੀ। ਤੇ ਮੈਂ ਕਾਫੀ ਸਾਰੇ ਨੌਜਵਾਨਾਂ ਨਾਲ ਕਈ ਵਾਰੀ ਗੱਲਬਾਤ ਕੀਤੀ ਹੈ, ਖਾਸ ਕਰਕੇ ਜਿੱਦਣ ਦੀ 26 ਜਨਵਰੀ ਵਾਲੀ ਘਟਨਾ ਹੋਈ ਹੈ। ਇੱਕ ਸਾਡੇ ਨੌਜਵਾਨ ਵਰਗ ਦੇ ਇੱਕ ਹਿੱਸੇ ਦੇ ਵਿੱਚ ਇੱਕ ਨੈਰੇਟਿਵ ਚੱਲਿਆ ਰਿਹਾ ਕਿ ਉਹ ਇਸ ਗੱਲ ਤੇ ਅੜ ਜਾਂਦੇ ਵੀ ਦੱਸੋ ਤੁਸੀਂ ਦੀਪ ਸਿੱਧੂ ਦੇ ਹੱਕ ਚੋਂ ਜਾਂ ਉਲਟੋਂ ਉਹਨੂੰ ਗਲਤ ਸਮਝਦੇ ਹੋ ਜਾਂ ਠੀਕ ਸਮਝਦੇ ਹੋ। ਹਾਂਜੀ, ਇਹਦੇ ਬਾਰੇ ਮੈਂ ਦੋ ਗੱਲਾਂ ਕਹਿਣਾ ਚਾਹੂੰਗਾ। ਹਾਂਜੀ, ਪਹਿਲੀ ਗੱਲ ਤਾਂ ਇਹ ਕਿ ਜਦੋਂ ਆਪਾਂ ਨੇ ਇੱਕ ਛੋਟਾ ਜਿਹਾ ਮੈਚ ਵੀ ਖੇਲਣਾ ਹੋਵੇ ਤਾਂ ਜਿੰਨੇ ਵੀ ਖਿਡਾਰੀ ਹੁੰਦੇ ਨੇ ਉਹਨਾਂ ਨੂੰ ਇੱਕ ਅਨੁਸ਼ਾਸਨ 'ਚ ਰਹਿਣਾ ਪੈਂਦਾ ਹੈ। ਕੈਪਟਨ ਜੋ ਬਣਾਤਾ, ਕੈਪਟਨ ਦੀ ਆਗਿਆ ਦਾ ਪਾਲਣਾ ਕਰਨੀ ਪੈਂਦੀ ਹੈ। ਹਾਂਜੀ, ਜੇਕਰ ਕੋਈ ਵੀ ਖਿਡਾਰੀ ਕੈਪਟਨ ਦੀ ਆਗਿਆ ਦੀ ਪਾਲਣਾ ਨਹੀਂ ਕਰੂ ਤਾਂ ਉਹ ਟੀਮ ਹਾਰੂਗੀ। ਹਾਂਜੀ, ਜੇ ਸਾਰੇ ਕਹਿਣ ਮੈਂ ਵੀ ਕੈਪਟਨ ਬਣਨਾ, ਮੈਂ ਵੀ ਕੈਪਟਨ ਬਣਨਾ, ਗੱਲ ਕਿਸੇ ਸਿਰੇ ਨਹੀਂ ਲੱਗੂਗੀ। ਇਸੇ ਤਰ੍ਹਾਂ ਜਦੋਂ ਸਾਡੇ ਕਿਸਾਨ ਆਗੂਆਂ ਨੇ ਇੱਕ ਸੰਯੁਕਤ ਮੋਰਚਾ ਬਣਾ ਕੇ ਪ੍ਰੋਗਰਾਮ ਤੈਅ ਕਰਤਾ ਕਿ ਮਿੱਥੇ ਰੂਟਾਂ ਦੇ ਉੱਤੇ ਚੱਲਣਾ ਹੈ, ਤਾਂ ਆਪਣੇ ਸਾਰੇ ਹੀ ਕਾਡਰ ਨੂੰ ਮਿੱਥੇ ਰੂਟਾਂ ਦੇ ਉੱਤੇ ਚੱਲਣਾ ਚਾਹੀਦਾ ਸੀ। ਜਦੋਂ ਅਸੀਂ ਅਨੁਸ਼ਾਸਨ ਦੀ ਭੰਗਣਾ ਕਰਦੇ ਹਾਂ ਤਾਂ ਉਹਦੇ ਨਾਲ ਸਾਡੇ ਸੰਘਰਸ਼ ਨੂੰ ਨੁਕਸਾਨ ਪਹੁੰਚਦਾ ਹੈ। ਦੂਸਰੀ ਗੱਲ ਮੈਂ ਇਹ ਕਹੂੰਗਾ, ਹੋਗੀ ਹਵਾਗੀ ਪਤਾ ਨਹੀਂ ਤਾਂ ਦੀਪ ਸਿੱਧੂ ਨੇ ਜਜ਼ਬਾਤੀ ਹੋ ਕੇ ਕੀਤਾ, ਪਤਾ ਨਹੀਂ ਕਿਵੇਂ ਕੀਤਾ, ਉਹ ਤਾਂ ਇਹਦੇ ਬਾਰੇ ਬਿਹਤਰ ਉਹ ਜਾਣਦਾ। ਪੁਲਿਸ ਨੇ ਵੀ ਉਹਨੂੰ ਗ੍ਰਿਫਤਾਰ ਕਰ ਲਿਆ। ਓਕੇ ਜੀ। ਮੈਂ ਸਾਰੇ ਹੀ ਕਿਸਾਨਾਂ ਨੂੰ, ਸਾਰੇ ਹੀ ਨੌਜਵਾਨ ਤਬਕੇ ਨੂੰ ਬੜੀ ਨਿਮਰਤਾ ਦੇ ਨਾਲ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਇਸ ਮੁੱਦੇ ਨੂੰ ਹੁਣ ਹਾਈਲਾਈਟ ਨਾ ਕਰੀਏ। ਬਿਲਕੁਲ। ਆਪਣੀਆਂ ਪੁਰਾਣੀਆਂ ਗਲਤੀਆਂ ਤੋਂ ਸਬਕ ਸਿੱਖੀਏ। ਹਾਂਜੀ, ਜਿਹੜੀਆਂ ਗਲਤੀਆਂ ਸਾਡੇ ਤੋਂ ਹੋ ਗਈਆਂ ਉਹ ਦੁਹਰਾਈਆਂ ਨਾ ਜਾਣ ਤੇ ਅੱਗੇ ਨੂੰ ਅਸੀਂ ਪੂਰੇ ਅਨੁਸ਼ਾਸਨ ਦੇ ਵਿੱਚ ਰਹਿੰਦੇ ਹੋਏ, ਇੱਕ ਦੂਜੇ ਦੇ ਉੱਤੇ ਭਰੋਸਾ ਕਰਦੇ ਹੋਏ, ਇੱਕ ਦੂਜੇ ਨਾਲ ਇਮਾਨਦਾਰੀ ਵਿਖਾਉਂਦੇ ਹੋਏ ਇਹ ਸੰਘਰਸ਼ ਨੂੰ ਬੁਲੰਦੀਆਂ ਤੱਕ ਲੈ ਕੇ ਜਾਈਏ। ਕਿਉਂਕਿ ਸਾਡਾ ਜੋ ਮੁਕਾਬਲਾ ਹੈ ਬਹੁਤ ਵੱਡੀ ਧਿਰ ਦੇ ਨਾਲ ਹੈ, ਉਹਦੇ ਕੋਲ ਬਹੁਤ ਜ਼ਿਆਦਾ ਸਾਧਨ ਨੇ। ਉਹ ਤਰ੍ਹਾਂ ਤਰ੍ਹਾਂ ਦੇ ਤਰੀਕੇ ਵਰਤੋਗੀ, ਹੁਣ ਤੱਕ ਵੀ ਵਰਤੇ ਨੇ। ਉਹ ਜਿਹੜੀ ਦੂਜੀ ਧਿਰ ਹੈ ਬੀਜੇਪੀ RSS ਦੇ ਵੱਲੋਂ ਗਵਰਨ ਕੀਤੀ ਜਾਂਦੀ ਸਰਕਾਰ, ਹੁਣ ਤੱਕ ਜੇ ਕਿਸਾਨੀ ਸੰਘਰਸ਼ ਨੂੰ ਉਹ ਹੀਲ ਕਰਨ ਚ ਕਾਮਯਾਬ ਨਹੀਂ ਹੋਈ ਤਾਂ ਇਹਦਾ ਵੱਡਾ ਕਾਰਨ ਹੈ ਕਿ ਇਹ ਕਿਸੇ ਜਾਤ, ਧਰਮ, ਇਲਾਕੇ, ਭਾਸ਼ਾ ਦੇ ਆਧਾਰ ਦੇ ਉੱਤੇ ਲੜਿਆ ਜਾਣ ਵਾਲਾ ਸੰਘਰਸ਼ ਨਹੀਂ। ਇਹ ਇੱਕ ਜਮਾਤ ਦਾ ਸੰਘਰਸ਼ ਹੈ। ਜਿਹੜੀ ਜਮਾਤ ਦਾ ਸ਼ੋਸ਼ਣ ਹੋ ਰਿਹਾ ਹੈ ਉਸ ਜਮਾਤ ਨੇ ਸ਼ੋਸ਼ਣ ਕਰਨ ਵਾਲੀ ਧਿਰ ਦੇ ਖਿਲਾਫ ਸੰਘਰਸ਼ ਵਿੱਢਿਆ ਹੋਇਆ ਹੈ, ਯਾਨੀ ਕਿ ਕਿਸਾਨ ਜਮਾਤ। ਚਾਹੇ ਪਹਾੜਾਂ 'ਚ ਰਹਿੰਦੇ ਹੋਣ, ਚਾਹੇ ਮੈਦਾਨਾਂ 'ਚ, ਚਾਹੇ ਪਠਾਰਾਂ 'ਚ, ਚਾਹੇ ਉਹ ਹਿੰਦੂ ਨੇ, ਚਾਹੇ ਮੁਸਲਮਾਨ ਨੇ, ਸਿੱਖ ਨੇ, ਈਸਾਈ ਨੇ, ਨਾਸਤਿਕ ਨੇ, ਤਰਕਸ਼ੀਲ ਨੇ, ਬੋਧੀ ਨੇ, ਜੈਨੀ ਨੇ, ਜੋ ਬਾਈ ਖੇਤੀਬਾੜੀ ਕਰਦਾ ਨਾ ਜਾਂ ਖੇਤੀਬਾੜੀ ਨਾਲ ਜੁੜਿਆ ਹੋਇਆ ਉਹ ਕਿਸਾਨ ਹੈ। ਸੋ ਕਿਸਾਨ ਦੇ ਨਾਮ ਦੇ ਉੱਤੇ, ਕਿਸਾਨ ਦੇ ਵੱਲੋਂ, ਕਿਸਾਨ ਦੇ ਸਮਰਥਕਾਂ ਵੱਲੋਂ ਜਿਹੜਾ ਇਹ ਸੰਘਰਸ਼ ਕੀਤਾ ਹੋਇਆ ਹੈ, ਇਹਨੂੰ ਸਰਕਾਰ ਇਸੇ ਕਰਕੇ ਨਹੀਂ ਖਤਮ ਕਰ ਸਕੀ ਹੁਣ ਤੱਕ ਕਿ ਇੱਕ ਜਮਾਤ ਦਾ ਸੰਘਰਸ਼ ਹੈ। ਇਹਨੂੰ ਆਪਾਂ ਜਮਾਤ ਦਾ ਸੰਘਰਸ਼ ਰੱਖੀਏ। ਧਰਮਾਂ ਦੇ ਮੁੱਦਿਆਂ ਦੇ ਉੱਤੇ, ਨਾਸਤਕਾਂ ਦੇ ਮੁੱਦਿਆਂ ਦੇ ਉੱਤੇ, ਵਿਗਿਆਨਕ ਸੋਚ ਦੇ ਮੁੱਦਿਆਂ ਦੇ ਉੱਤੇ ਹੋਰ ਬੜੇ ਮੌਕੇ ਆਉਣਗੇ ਬਹਿਸਾਂ ਕਰਨ ਦੇ, ਸੰਘਰਸ਼ ਕਰਨ ਦੇ, ਗੱਲਾਂ ਬਾਤਾਂ ਕਰਨ ਦੇ। ਉਹਨਾਂ ਨੂੰ ਫਿਲਹਾਲ ਆਪਾਂ ਠੰਡੇ ਵਾਸਤੇ ਪਾ ਕੇ ਸਿਰਫ ਤੇ ਸਿਰਫ। ਤੇ ਦੋਸਤੋ ਜੇ ਤੁਸੀਂ ਵੀ ਆਪਣੀ ਕੋਈ ਵੀਡੀਓ ਜਾਂ ਨਿਊਜ਼ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਸਾਡੇ ਇੰਸਟਾਗ੍ਰam ਅਕਾਊਂਟ ਤੇ ਭੇਜ ਸਕਦੇ ਹੋ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ। ਧੰਨਵਾਦ।